ਵਾਹਿਗੁਰੂ ਸਾਹਿਬ ਜੀ। ਨਾਟ ਮਹੱਲਾ ਚੌਥਾ। ਮਨ ਮਿਲ ਸੰਤ ਸੰਗਤ ਸੁਭਵੰਤੀ, ਸੁਨ ਅਕਥ ਕਥਾ ਸੁਖਵੰਤੀ। ਮਨ ਮਿਲ ਸੰਤ ਸੰਗਤ ਸੁਭਵੰਤੀ, ਸੁਨ ਅਕਥ ਕਥਾ ਸੁਖਵੰਤੀ। ਸਭ ਕੇਲ ਵਿਖ ਪਾਪ ਲਹੰਤੀ, ਹਰ ਹੋ ਲਿਖਤ ਲਿਖੰਤੀ ਰਹਾਉ। ਹਰ ਕੀਰਤ ਕਲ ਯੁਗ ਵਿੱਚ ਊਤਮ, ਮਤ ਗੁਰਮਤ ਕਥਾ ਭਜੰਤੀ। ਜਿਨ ਜਨ ਸੁਣੀ ਮੰਨੀ ਹੈ ਜਿਨ ਜਨ, ਤਿਸ ਜਨ ਕੈ ਹਉ ਕੁਰਬਾਨੰਤੀ। ਹਰ ਅਕਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੁਖ ਭੂਖ ਲਹੰਤੀ। ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ, ਜਪ ਹਰ 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 ਹੋਵੰਤੀ। ਹਰ ਅਕਥ ਕਥਾ ਜਾ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੂਖ ਲਹੰਤੀ। ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ, ਜਪ ਹਰ 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 ਹੋਵੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰ ਕੇ ਜੀਵਨ ਸਫਲ ਬਣਾ ਰਹੇ ਹੋ। ਭਾਵੇਂ ਕਿ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹਨ, ਕਰੋਨੇ ਦੀ ਭਿਆਨਕ ਬਿਮਾਰੀ ਫੈਲਣ ਕਰਕੇ ਸਾਰੇ ਪਾਸੇ ਡਰ ਫੈਲਿਆ ਹੋਇਆ ਹੈ। ਹਰ ਮਨੁੱਖ ਨੂੰ ਕਿਸੇ ਵਿਧੀ ਵਿਧਾਨ ਦੇ ਵਿੱਚ ਰਹਿਣਾ ਪੈਂਦਾ ਹੈ, ਨਿਯਮਾਂ ਦੇ ਵਿੱਚ ਰਹਿਣਾ ਪੈਂਦਾ ਹੈ, ਰਹਿਣਾ ਵੀ ਚਾਹੀਦਾ ਹੈ। ਜੋ ਕਾਇਦੇ ਕਾਨੂੰਨ ਹਨ, ਉਹਨਾਂ ਨੂੰ ਪਾਲਣਾ ਅਵੱਸ਼ ਜ਼ਰੂਰੀ ਹੈ। ਜਿਹੜਾ ਕਾਇਦੇ ਕਾਨੂੰਨ ਨੂੰ ਠੀਕ ਢੰਗ ਨਾਲ ਨਹੀਂ ਪਾਲਦਾ, ਨਿਯਮ ਦੇ ਵਿੱਚ ਨਹੀਂ ਚੱਲਦਾ, ਉਹ ਆਪ ਵੀ ਦੁਖੀ ਹੁੰਦਾ ਹੈ, ਦੂਸਰੇ ਨੂੰ ਵੀ ਦੁਖੀ ਕਰਦਾ ਹੈ। ਇਸ ਵਾਸਤੇ ਨਿਯਮ ਨੂੰ ਪਾਲਣਾ ਬਹੁਤ ਜ਼ਰੂਰੀ ਹੈ। ਸਿੱਖ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਵੈਸੇ ਤਾਂ ਗੁਰੂ ਸਿੱਖ ਤੋਂ, ਸਿੱਖ ਗੁਰੂ ਤੋਂ, ਦੋਨੋਂ ਇੱਕ ਦੂਸਰੇ ਤੋਂ ਦੂਰ ਹੁੰਦੇ ਹੀ ਨਹੀਂ। ਸਤਿਗੁਰੂ ਹਰ ਸਮੇਂ ਸਿੱਖ ਦੇ ਹਿਰਦੇ ਵਿੱਚ ਹੈ ਤੇ ਸਿੱਖ ਹਰ ਸਮੇਂ ਸਤਿਗੁਰੂ ਦੀ ਯਾਦ ਵਿੱਚ ਰਹਿੰਦਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ।
ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰੂ ਸਿੱਖ ਨੂੰ ਆਪਣੇ ਜੀ ਨਾਲ ਲਾ ਕੇ ਰੱਖਦਾ ਹੈ, ਕਦੇ ਦੂਰ ਹੋਣ ਹੀ ਨਹੀਂ ਦਿੰਦਾ। ਪਰ ਫਿਰ ਵੀ ਸਿੱਖ ਦਾ ਮਨ ਕਰਦਾ ਹੈ ਕਿ ਮੈਂ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਦੇ ਸਾਖਸ਼ਾਤ ਦਰਸ਼ਨ ਕਰਾਂ, ਸਾਖਸ਼ਾਤ ਗੁਰੂ ਦੀ ਬਾਣੀ ਸੁਣਾ। ਸਿੱਖ ਦਾ ਮਨ ਕਰਦਾ, ਸਿੱਖ ਦਾ ਦਿਲ ਕਰਦਾ। ਜਿਵੇਂ ਕੋਈ ਬੱਚਾ ਹਰ ਸਮੇਂ ਮਾਂ ਦੀ ਯਾਦ ਵਿੱਚ ਰਹਿੰਦਾ ਹੈ, ਪਰ ਫਿਰ ਵੀ ਉਸ ਦਾ ਦਿਲ ਕਰਦਾ ਹੈ ਕਿ ਸਮਾਂ ਬਣੇ ਮੈਂ ਆਪਣੀ ਮਾਂ ਨੂੰ ਮਿਲਾਂ, ਉਹਦੇ ਰੂਬਰੂ ਹੋ ਕੇ ਉਹਦੇ ਨਾਲ ਗੱਲਾਂ ਕਰਾਂ। ਫਿਰ ਵੀ ਦਿਲ ਕਰਦਾ ਹੈ। ਸਿੱਖ ਦੀ ਅਵਸਥਾ ਵੀ ਐਸੀ ਹੈ। ਮਹਾਰਾਜ ਕਹਿੰਦੇ ਹਨ, ਗੁਰ ਡੀਠੈ ਗੁਰ ਕਾ ਸਿੱਖ ਬਿਗਸੈ, ਜਿਉ ਬਾਰਿਕ ਦੇਖ ਮਹਿਤਾਰੀ। ਸਿੱਖ ਗੁਰੂ ਨੂੰ ਦੇਖ ਕੇ ਇੰਨਾ ਖੁਸ਼ ਹੁੰਦਾ ਹੈ, ਇੰਨਾ ਪ੍ਰਸੰਨ ਹੁੰਦਾ ਹੈ, ਇੰਨਾ ਖਿੜ ਜਾਂਦਾ ਹੈ, ਜਿਵੇਂ ਬੱਚਾ ਮਾਂ ਨੂੰ ਦੇਖ ਕੇ ਖਿੜ ਜਾਂਦਾ ਹੈ। ਇਸ ਵਾਸਤੇ ਹਾਲਾਤ ਭਾਵੇਂ ਵਧੀਆ ਨਹੀਂ, ਪਰ ਫਿਰ ਵੀ ਗੁਰੂ ਕੇ ਸਿੱਖ ਸਤਿਗੁਰੂ ਤੇ ਪੂਰਨ ਵਿਸ਼ਵਾਸ ਰੱਖ ਕੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਤਿਗੁਰੂ ਦੇ ਚਰਨਾਂ ਦੀ ਹਾਜ਼ਰੀ ਭਰਦੇ ਹਨ। ਸਾਡੀ ਇਹੀ ਅਰਦਾਸ ਹੈ, ਸਤਿਗੁਰੂ ਜੀ ਕਿਰਪਾ ਕਰਨ, ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਹੋਵੇ, ਫਿਰ ਪਹਿਲੇ ਵਾਂਗ ਗੁਰੂ ਘਰਾਂ ਦੇ ਵਿੱਚ ਰੌਣਕਾਂ ਹੋਣ, ਕਥਾ ਕੀਰਤਨ ਦੇ ਪ੍ਰਵਾਹ ਚੱਲਣ, ਸੰਗਤਾਂ ਦੀ ਆਮਦ ਸ਼ੁਰੂ ਹੋਵੇ। ਗੁਰੂ ਰੂਪ ਸਾਧ ਸੰਗਤ ਜੀਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਨੱਠ ਨਾਰਾਇਣ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਦੋ ਰਾਗ ਨੇ, ਇੱਕ ਹੈ ਨਟ ਨਾਰਾਇਣ, ਇੱਕ ਹੈ ਨਾਟਕ। ਇਹ ਦੋਨੋਂ ਰਾਗ ਵੱਖਰੇ ਵੱਖਰੇ ਹਨ, ਪਰ ਗੁਰੂ ਜੀ ਨੇ ਪਹਿਲ ਨਟ ਨਾਰਾਇਣ ਨੂੰ ਦਿੱਤੀ ਹੈ। ਸਾਡੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਨਟ ਅਤੇ ਨਟ ਨਾਰਾਇਣ, ਇਹ ਦੋਨੋਂ ਰਾਗ ਗਾਏ ਜਾਂਦੇ ਹਨ। ਇਹਨਾਂ ਦਾ ਪਰਿਚੈ, ਇਹਨਾਂ ਦਾ ਸੁਰ ਸਰੂਪ ਮਿਲਦਾ ਹੈ। ਇਹਨਾਂ ਦੋਹਾਂ ਰਾਗਾਂ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ। ਆਪ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਸ਼ਬਦਾਂ ਦੀ ਕਥਾ ਸਰਵਣ ਕਰ ਰਹੇ ਹੋ। ਪਿਛਲੇ ਦਿਹਾੜਿਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੀ ਪੜਤਾਲ ਦੇ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਪੜਤਾਲ ਸਿਰਲੇਖ ਹੇਠ ਅੱਜ ਦੂਸਰਾ ਸ਼ਬਦ ਹੈ। ਪਹਿਲਾ ਸ਼ਬਦ ਸੀ ਮੇਰੇ ਮਨ ਸੇਵ ਸਫਲ ਹਰ ਘਾਲ। ਇਸ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ।
ਅੱਜ ਦੂਸਰਾ ਸ਼ਬਦ ਹੈ ਪੜਤਾਲ। ਇਹ ਸਿਰਲੇਖ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਸਿਰਲੇਖਾਂ ਦੇ ਹੇਠ ਵੀ ਹਨ। ਜਿਸ ਤਰ੍ਹਾਂ ਬਾਣੀਆਂ ਦੇ ਸਿਰਲੇਖ ਹਨ। ਉਦਾਹਰਨ ਵਜੋਂ ਜਪ ਬਾਣੀ ਦਾ ਸਿਰਲੇਖ ਹੈ ਜਪ, ਸੋ ਦਰ ਦਾ ਸਿਰਲੇਖ ਹੈ ਸੋ ਦਰ, ਸੋ ਪੁਰਖ ਦਾ ਸਿਰਲੇਖ ਹੈ ਸੋ ਪੁਰਖ, ਸੋਹਿਲੇ ਦਾ ਸਿਰਲੇਖ ਹੈ ਸੋਹਿਲਾ। ਇਸ ਤਰ੍ਹਾਂ ਬਾਣੀਆਂ ਦੇ ਸਿਰਲੇਖ ਹਨ। ਸਿੱਧ ਗੋਸ਼ਟ, 12 ਮਹਾ, ਪੱਟੀ ਲਿਖੀ, ਪੱਟੀ ਇਤਿਆਦਿਕ। ਲੇਕਿਨ ਇਸੇ ਤਰ੍ਹਾਂ ਕਈ ਸ਼ਬਦ ਵੀ ਹਨ ਜਿਨ੍ਹਾਂ ਦੇ ਸਿਰਲੇਖ ਹਨ। ਆਪ ਜੀ ਕਦੇ ਰਾਗ ਸੂਹੀ ਪੜ੍ਹੋ, ਉਹਦੇ ਵਿੱਚੋਂ ਆਪ ਜੀ ਨੂੰ ਬਚਨ ਮਿਲਣਗੇ ਸੁਚੱਜੀ, ਕੁਚੱਜੀ, ਗੁਣਵੰਤੀ। ਇਹ ਸਿਰਲੇਖ ਹਨ। ਜਾਂ ਜਾਣੜੀਐ ਕਹਿ ਘਰ ਗਾਵਣਾ, ਇਸ ਤਰ੍ਹਾਂ ਸਿਰਲੇਖ ਵੀ ਹਨ। ਪਹਿਰਿਆਂ ਕਹਿ ਘਰ ਗਾਵਣਾ, ਇਸ ਤਰ੍ਹਾਂ ਵੀ ਸਿਰਲੇਖ ਹਨ। ਸੋ ਇਹ ਸਿਰਲੇਖ ਹਨ। ਬਾਣੀਆਂ ਦੇ ਵੀ ਸਿਰਲੇਖ ਹਨ, ਕਈ ਸ਼ਬਦਾਂ ਦੇ ਵੀ ਸਿਰਲੇਖ ਹਨ। ਫਿਰ ਚੌਪਦੇ, ਦੋ ਪਦੇ, ਪੰਜ ਪਦੇ, ਇਹ ਵੀ ਸਿਰਲੇਖ ਹਨ। ਇੱਥੋਂ ਤੱਕ ਕਈ ਸ਼ਲੋਕਾਂ ਦੇ ਵੀ ਸਿਰਲੇਖ ਹਨ। ਸ਼ਲੋਕ, ਮਰਦਾਨਾ, ਪਹਿਲਾ, ਇਹ ਸ਼ਲੋਕਾਂ ਦੇ ਵੀ ਸਿਰਲੇਖ ਹਨ। ਇਸੇ ਤਰ੍ਹਾਂ ਪੜਤਾਲ ਸਿਰਲੇਖ ਹੇਠ ਸ਼ਬਦ ਮਿਲਦੇ ਹਨ। ਪੜਤਾਲ ਸਿਰਲੇਖ ਦੇ ਹੇਠ ਸ਼ਬਦ ਜਾਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹਨ ਤੇ ਜਾਂ ਫਿਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇਹਨਾਂ ਦੀ ਬਾਣੀ ਜਾਂ ਸ਼ਬਦ ਪੜਤਾਲ ਸਿਰਲੇਖ ਹੇਠ ਨਹੀਂ ਹੈ। ਪੜਤਾਲ ਦੇ ਸ਼ਬਦ ਮਿਲਣਗੇ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਮਿਲਣਗੇ। ਪੜਤਾਲ ਰਾਗ ਆਸਾ ਵਿੱਚ ਪੜਤਾਲ ਹੈ, ਇਸੇ ਤਰ੍ਹਾਂ ਬਿਲਾਵਲ ਵਿੱਚ ਪੜਤਾਲ ਹੈ। ਸੋ ਇੱਥੇ ਨਟ ਨਾਰਾਇਣ ਵਿੱਚ ਪੜਤਾਲ ਹੈ, ਰਾਮਕਲੀ ਰਾਗ ਵਿੱਚ ਪੜਤਾਲ ਹੈ। ਪੜਤਾਲ ਦੇ ਕਈ ਅਰਥ ਨੇ। ਜੇ ਅਸੀਂ ਰੂਹਾਨੀਅਤ ਦੇ ਤੌਰ ਤੇ ਲਾਈਏ, ਅਧਿਆਤਮਿਕਤਾ ਦੇ ਤੌਰ ਤੇ ਪੜਤਾਲ ਦਾ ਅਰਥ ਲਾਈਏ, ਤਾਂ ਇਸ ਦਾ ਅਰਥ ਬਣਦਾ ਹੈ ਪੜਚੋਲ। ਪੜਚੋਲ, ਕਿਸੇ ਚੀਜ਼ ਦੀ ਪੜਚੋਲ ਕਰਨੀ। ਜਿਵੇਂ ਸਾਨੂੰ ਕੋਈ ਪੁੱਛੇ ਕਿ ਫਲਾਨਾ ਕੰਮ ਹੋਇਆ ਕਿ ਨਹੀਂ, ਅਸੀਂ ਕਹਾਂਗੇ ਉਹਦੀ ਪੜਤਾਲ ਚੱਲ ਰਹੀ ਹੈ। ਸਾਡੇ ਦੇਸ਼ ਵਿੱਚ ਕਈ ਵਾਰ ਪੁਲਿਸ ਦੇ ਵੱਡੇ ਅਫੀਸਰਾਂ ਨੂੰ ਪੁੱਛਿਆ ਜਾਂਦਾ ਹੈ ਜੀ ਉਹ ਫਲਾਨਾ ਕੇਸ ਸੀ, ਉਹਦਾ ਕੀ ਬਣਿਆ? ਉਹ ਕਹਿੰਦੇ ਜੀ ਉਹਦੀ ਪੜਤਾਲ ਚੱਲ ਰਹੀ ਹੈ। ਪੜਤਾਲ ਮੀਨ ਪੜਚੋਲ, ਕਿਸੇ ਚੀਜ਼ ਦੀ ਪੜਚੋਲ ਕਰਨੀ। ਤੋ ਇਹਨਾਂ ਸ਼ਬਦਾਂ ਦਾ ਅਰਥ ਹੋ ਗਿਆ ਕਿ ਹੇ ਮਨੁੱਖ, ਇਸ ਬਾਣੀ ਦੇ ਰਾਹੀਂ ਤੂੰ ਆਪਣੇ ਆਪ ਦੀ ਪੜਤਾਲ ਕਰ, ਆਪਣੇ ਆਪ ਦੀ ਪੜਚੋਲ ਕਰ, ਤੂੰ ਕੀ ਹੈ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਸਾਨੂੰ ਸਮਝਾਇਆ ਹੈ। ਬਾਬਾ ਫਰੀਦ ਜੀ ਕਹਿੰਦੇ ਹਨ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਭਾਵ ਕਿ ਆਪਣੀ ਪੜਤਾਲ ਕਰ, ਆਪਣੀ ਪੜਚੋਲ ਕਰ।
ਤੇਰੇ ਵਿੱਚ ਕਿੰਨੀਆਂ ਕੁ ਚੰਗਿਆਈਆਂ ਨੇ, ਤੇਰੇ ਵਿੱਚ ਕਿੰਨੀਆਂ ਕੁ ਬੁਰਾਈਆਂ ਨੇ, ਤੂੰ ਆਪਣੀ ਪੜਤਾਲ ਕਰ। ਸਤਿਗੁਰੂ ਜੀ ਦੇ ਹੋਰ ਥਾਵੇਂ ਵੀ ਇੱਕ ਬੜੇ ਸੁੰਦਰ ਬਚਨ ਆਉਂਦੇ ਹਨ। ਸਾਹਿਬ ਕਹਿੰਦੇ ਨੇ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਇਹ ਮੂਰਖ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ ਕਿ ਮੈਂ ਕਿੰਨਾ ਕੁ ਚੰਗਾ, ਲੇਕਿਨ ਦੂਸਰੇ ਦੇ ਔਗਣ ਫਰੋਲ ਕੇ, ਦੂਸਰੇ ਦੇ ਐਬ ਦੋਸ਼ ਫਰੋਲ ਕੇ ਉਹਦਾ ਦਿਲ ਦੁਖਾਉਂਦਾ ਹੈ। ਗੁਰੂ ਜੀ ਕਹਿੰਦੇ ਨੇ, ਤੂੰ ਦੂਸਰੇ ਦਾ ਦੋਸ਼ ਫਰੋਲਦਾ ਹੈ, ਦੂਸਰੇ ਦੇ ਔਗਣ ਦੇਖਦਾ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਆਪਣੀ ਪੜਤਾਲ ਕਰੇ, ਆਪਣੀ ਪੜਚੋਲ ਕਰੇ, ਜੇ ਤੂੰ ਆਪਣੇ ਵੱਲ ਝਾਤ ਮਾਰੇ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਆਪਣੇ ਆਪ ਦੀ ਪਹਿਚਾਣ ਕਰ, ਆਪਣੇ ਆਪ ਨੂੰ ਸੁਧਾਰ। ਤੂੰ ਦੂਸਰਿਆਂ ਦੇ ਔਗਣ ਨਾ ਦੇਖ, ਆਪਣੇ ਔਗਣ ਦੇਖ। ਤੂੰ ਦੂਸਰਿਆਂ ਦੀ ਪੜਤਾਲ ਨਾ ਕਰ, ਤੂੰ ਆਪਣੀ ਪੜਤਾਲ ਕਰ। ਜਦੋਂ ਸੰਗੀਤ ਦੇ ਲਿਹਾਜ਼ ਨਾਲ ਅਰਥ ਲਾਈਦਾ ਹੈ ਤਾਂ ਪੜਤਾਲ ਦਾ ਅਰਥ ਹੁੰਦਾ ਹੈ ਤਾਲ ਨੂੰ ਪੁੱਟਣਾ। ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹਨ ਤਾਂ ਉਹ ਇੱਕ ਸ਼ਬਦ ਨੂੰ ਦੋ ਹਿੱਸਿਆਂ ਵਿੱਚ ਗਾਉਂਦੇ ਨੇ। ਪਹਿਲੇ ਹਿੱਸੇ ਨੂੰ ਕਹਿੰਦੇ ਨੇ ਸਥਾਈ, ਦੂਸਰੇ ਹਿੱਸੇ ਨੂੰ ਕਹਿੰਦੇ ਹਨ ਅੰਤਰਾ। ਵੈਸੇ ਸਥਾਈ ਦੇ ਵੀ ਦੋ ਹਿੱਸੇ ਹੁੰਦੇ ਨੇ ਤੇ ਅੰਤਰੇ ਦੇ ਵੀ ਦੋ ਹਿੱਸੇ ਹੁੰਦੇ ਨੇ। ਇਸ ਨੂੰ ਵਿਦਵਾਨਾਂ ਨੇ ਕਿਹਾ ਸਥਾਈ, ਅੰਤਰਾ, ਸੰਚਾਰੀ, ਅਭੋਗੀ, ਇਸ ਤਰ੍ਹਾਂ ਨਾਮ ਦਿੱਤੇ ਹਨ। ਪਰ ਮੁੱਖ ਤੌਰ ਤੇ ਦੋ ਨਾਮ ਹੀ ਲਏ ਜਾਂਦੇ ਨੇ, ਸਥਾਈ ਤੇ ਅੰਤਰਾ। ਪੜਤਾਲ ਦਾ ਅਰਥ ਕੀ ਹੋ ਗਿਆ? ਸਥਾਈ ਕਿਸੇ ਹੋਰ ਤਾਲ ਵਿੱਚ, ਅੰਤਰਾ ਕਿਸੇ ਹੋਰ ਤਾਲ ਵਿੱਚ। ਉਦਾਹਰਨ ਵਜੋਂ ਸਥਾਈ ਇੱਕ ਤਾਲੇ ਵਿੱਚ, ਅੰਤਰਾ ਤਿੰਨ ਤਾਲ ਵਿੱਚ। ਉਹ ਕੀ ਬਣ ਗਈ? ਪੜਤਾਲ, ਤਾਲ ਨੂੰ ਪੁੱਟਣਾ। ਇਸ ਤਰ੍ਹਾਂ ਇਹਦੇ ਕਈ ਭੇਦ ਨੇ, ਜਿੰਨਾ ਮੈਂ ਦੱਸਿਆ ਇੰਨੇ ਨਹੀਂ, ਕਈ ਭੇਦ ਨੇ। ਤੁਕ ਦੀ ਪੜਤਾਲ ਵੀ ਹੋ ਸਕਦੀ ਹੈ, ਹਰ ਅੰਤਰੇ ਦੀ ਪੜਤਾਲ ਹੋ ਸਕਦੀ ਹੈ। ਪਹਿਲਾ ਅੰਤਰਾ ਕਿਸੇ ਤਾਲ ਵਿੱਚ, ਦੂਸਰਾ ਅੰਤਰਾ ਕਿਸੇ ਤਾਲ ਵਿੱਚ, ਤੀਸਰਾ ਅੰਤਰਾ ਕਿਸੇ ਤਾਲ ਵਿੱਚ। ਸੰਗੀਤ ਦੇ ਲਿਹਾਜ਼ ਨਾਲ ਵਿਦਵਾਨ ਇਸ ਦਾ ਅਰਥ ਇਹ ਲਾਉਂਦੇ ਹਨ, ਪੜਤਾਲ, ਤਾਲ ਨੂੰ ਪੁੱਟਣਾ, ਤਾਲ ਬਦਲਣਾ, ਤਾਲ ਚੇਂਜ ਕਰਨਾ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਪੜਤਾਲ ਦਾ ਦੂਸਰਾ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਹਨ। ਇਸ ਸ਼ਬਦ ਵਿੱਚ ਮਹਾਰਾਜ ਜੀ ਨੇ ਪਰਮੇਸ਼ਰ ਦੀ ਜੋ ਕਥਾ ਹੈ ਇਸ ਦੇ ਬਾਰੇ ਸਾਨੂੰ ਸਮਝਾਇਆ ਹੈ। ਜਿਸ ਤਰ੍ਹਾਂ ਆਪ ਜੀ ਕਥਾ ਸੁਣ ਰਹੇ ਹੋ ਨਾ, ਕਥਾ ਦਾ ਕਿੰਨਾ ਮਹੱਤਵ ਹੈ, ਕਥਾ ਸੁਣਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ, ਗੁਰੂ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਸਮਝਾਇਆ ਹੈ। ਦੋ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਕਿਉਂਕਿ ਦੂਸਰੇ ਸ਼ਬਦ ਦਾ ਜੋ ਭਾਵ ਅਰਥ ਹੈ ਉਹ ਵੀ ਇਸ ਪਹਿਲੇ ਸ਼ਬਦ ਦੇ ਨਾਲ ਮਿਲਦਾ ਜੁਲਦਾ ਹੈ। ਇਹਨਾਂ ਦੋਹਾਂ ਸ਼ਬਦਾਂ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ, ਪਰਮੇਸ਼ਰ ਦੀਆਂ ਸਿਫਤਾਂ, ਪਰਮੇਸ਼ਰ ਦੀਆਂ ਵਡਿਆਈਆਂ। ਸੋ ਆਓ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਾਂ। ਗਿਆਨੀ ਜੀ ਇੱਕ ਇੱਕ ਤੁਕ ਆਪ ਜੀ ਨੂੰ ਸਰਵਣ ਕਰਵਾਉਣਗੇ। ਤੁਛ ਬੁੱਧੀ ਅਨੁਸਾਰ ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਆਰ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਟ ਮਹੱਲਾ ਚੌਥਾ। ਨਾਟ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ। ਮਨ ਮਿਲ ਸੰਤ ਸੰਗਤ ਸੁਭਵੰਤੀ,
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਮਨ ਨੂੰ ਸੰਬੋਧਨ ਕਰਦੇ ਹਨ। ਮਨ ਮਿਲ ਸੰਤ ਸੰਗਤ ਸ਼ੁਭਵੰਤੀ। ਹੇ ਮਨ, ਸਤ ਸੰਗਤ ਦੇ ਨਾਲ ਮਿਲ। ਸਤ ਸੰਗਤ ਸ਼ੁਭਵੰਤੀ, ਚੰਗੀ ਹੈ, ਸ਼ੁਭ ਗੁਣਾ ਵਾਲੀ ਹੈ। ਜਿਸ ਤਰ੍ਹਾਂ ਆਪ ਜੀ ਸਤ ਸੰਗਤ ਕਰ ਰਹੇ ਹੋ, ਇਹ ਬਹੁਤ ਚੰਗੀ ਸ਼ੈ ਹੈ, ਇਹ ਬਹੁਤ ਚੰਗੀ ਚੀਜ਼ ਹੈ। ਹੁਣ ਸਤ ਸੰਗਤ ਕਰਨ ਦਾ ਅਰਥ ਕੀ ਹੈ? ਕੀ ਸਿਰਫ ਆਣ ਕੇ ਬੈਠ ਜਾਣਾ ਤੇ ਸੋਚਣਾ ਜੀ ਮੈਂ ਸਤ ਸੰਗਤ ਕਰ ਰਿਹਾ, ਆ ਕੇ ਬੈਠ ਗਏ ਜਾਂ ਗੱਲਾਂ ਬਾਤਾਂ ਕਰ ਲਈਆਂ ਜਾਂ ਘੜੀ ਟਾਈਮ ਪਾਸ ਕਰ ਲਿਆ, ਕਿ ਇਹੀ ਸਭ ਕੁਝ ਹੈ? ਨਹੀਂ। ਹੁਣ ਗੁਰੂ ਜੀ ਸਾਨੂੰ ਅਗਲੀ ਤੁਕ ਵਿੱਚ ਸਮਝਾਉਣਗੇ। ਮਨ ਮਿਲ ਸੰਤ ਸੰਗਤ ਸ਼ੁਭਵੰਤੀ। ਇਹ ਜੋ ਸਤ ਸੰਗਤ ਹੈ ਸ਼ੁਭ ਗੁਣਾ ਵਾਲੀ, ਹੈ ਮਨ ਇਸ ਸਤ ਸੰਗਤ ਵਿੱਚ ਮਿਲ। ਤੇ ਮਨ ਕਹਿੰਦਾ ਜੀ ਸਤ ਸੰਗਤ ਵਿੱਚ ਮਿਲ ਕੇ ਕਰਾਂ ਕੀ ਉੱਥੇ ਜਾ ਕੇ ਬੈਠ ਜਾਇਆ ਕਰਾਂ? ਕੀ ਕਰਾਂ? ਤੇ ਮਹਾਰਾਜ ਅਗਲੀ ਤੁਕ ਵਿੱਚ ਕੀ ਸਮਝਾਉਂਦੇ ਹਨ? ਸੁਨ ਅਕਥ ਕਥਾ ਸੁਖਵੰਤੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮਨ, ਸਤ ਸੰਗਤ ਨਾਲ ਮਿਲ ਕੇ ਅਕਥ ਪ੍ਰਭੂ ਦੀ ਕਥਾ ਸੁਣ। ਸੁਣ ਅਕਥ ਕਥਾ ਸੁਖਵੰਤੀ। ਇਹ ਸੁਖ ਦੇਣ ਵਾਲੀ ਹੈ, ਕਿਉਂਕਿ ਮਨ ਦੁਖੀ ਹੈ। ਮਨ ਦੁਖੀ ਹੈ। ਮਨ ਕਹਿੰਦਾ ਰੱਬ ਜੀ ਮੈਨੂੰ ਸੁਖ ਦਿਓ। ਤੇ ਮਹਾਰਾਜ ਕਹਿੰਦੇ ਹਨ ਜੇ ਤੂੰ ਸੁਖ ਲੈਣਾ ਹੈ ਨਾ, ਫਿਰ ਸਤ ਸੰਗਤ ਵਿੱਚ ਜੁੜ। ਸਤ ਸੰਗਤ ਵਿੱਚ ਜੁੜ ਕੇ ਨਾ ਕਥੇ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਸੁਣ। ਇਹ ਕਥਾ ਸੁਖਵੰਤੀ ਹੈ, ਸੁਖ ਦੇਣ ਵਾਲੀ ਹੈ। ਅੱਜ ਲੋਕਾਂ ਦੇ ਕੋਲ ਤਨ ਦੇ ਸੁਖ ਬਹੁਤ ਨੇ। ਅੱਜ ਲੋਕ ਚੰਗੇ ਘਰ ਵਿੱਚ ਰਹਿ ਸਕਦੇ ਨੇ, ਚੰਗੀ ਕਾਰ ਵਿੱਚ ਆ ਜਾ ਸਕਦੇ ਨੇ, ਚੰਗਾ ਪਹਿਨ ਸਕਦੇ ਨੇ, ਚੰਗਾ ਖਾ ਸਕਦੇ ਨੇ, ਲੇਕਿਨ ਮਨ ਕਰਕੇ ਬਹੁਤ ਦੁਖੀ ਨੇ। ਕਿਸੇ ਨੂੰ ਤੁਸੀਂ ਥੋੜਾ ਜਿਹਾ ਛੇੜ ਕੇ ਦੇਖੋ ਸਹੀ, ਤੁਹਾਨੂੰ ਰੋਂਦਾ ਹੋਇਆ ਮਿਲੇਗਾ। ਹਰ ਭਰਿਆ ਹੋਇਆ ਫੋੜਾ ਹੈ, ਬਸ ਸੂਈ ਮਾਰਨ ਦੀ ਦੇਰ ਹੈ, ਵਿੱਚੋਂ ਪਾਕ ਹੀ ਨਿਕਲੇਗੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਹੇ ਮਨ ਤੂੰ ਸੁਖ ਚਾਹੁੰਦਾ ਹੈ, ਸਤ ਸੰਗਤ ਨਾਲ ਮਿਲ। ਸਤ ਸੰਗਤ ਵਿੱਚ ਜਾ ਕੇ ਨਾ ਕਥੇ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਦੀ ਕਥਾ ਸੁਣ। ਤੇ ਫਿਰ ਮਨ ਪੁੱਛਦਾ ਹੈ, ਮਹਾਰਾਜ ਕਥਾ ਸੁਣਨ ਦਾ ਮੈਨੂੰ ਕੀ ਲਾਭ ਹੋਵੇਗਾ? ਸਤ ਸੰਗਤ ਵਿੱਚ ਜਾ ਕੇ ਜਦੋਂ ਮੈਂ ਪਰਮੇਸ਼ਰ ਦੀ ਕਥਾ ਸੁਣਾਂਗਾ, ਉਸ ਦਾ ਮੈਨੂੰ ਫਲ ਕੀ ਮਿਲੇਗਾ? ਅੱਗੇ ਮਹਾਰਾਜ ਕੀ ਕਿਰਪਾ ਕਰਦੇ ਹਨ? ਸਭ ਕਿਰਤ ਕਿਰਪਾ ਕੁਲਹੰਤੀ। ਮਹਾਰਾਜ ਕਹਿੰਦੇ ਹਨ ਇਹ ਕਥਾ ਸਾਰੇ ਕਿਲਵਿਖ, ਸਾਰੇ ਪਾਪ ਲਾ ਦਿੰਦੀ ਹੈ। ਇਹ ਕਥਾ ਸਾਰੇ ਕਿਲਵਿਖ, ਸਾਰੇ ਪਾਪ ਖਤਮ ਕਰ ਦਿੰਦੀ ਹੈ। ਸਾਡੇ ਮਨ ਵਿੱਚ ਜੋ ਬੁਰੇ ਖਿਆਲ ਚੱਲਦੇ ਹਨ, ਸਾਡੇ ਮਨ ਵਿੱਚ ਜੋ ਭੈੜੇ ਖਿਆਲ ਚੱਲਦੇ ਹਨ, ਇਹ ਪਾਪ ਸਾਡੇ ਮਨ ਵਿੱਚ ਚੱਲ ਰਹੇ ਨੇ। ਇਹ ਕਿਲਵਿਖ ਸਾਡੇ ਮਨ ਵਿੱਚ ਚੱਲ ਰਿਹਾ। ਸਾਡਾ ਮਨ ਦੁਖੀ ਕਿਉਂ ਹੈ? ਕਿਉਂਕਿ ਸਾਡਾ ਮਨ ਚੰਗਾ ਸੋਚਦਾ ਹੀ ਨਹੀਂ ਹੈ। ਸਾਡਾ ਮਨ ਹਮੇਸ਼ਾ ਬੁਰਾ ਸੋਚਦਾ ਹੈ, ਬਸ ਇਸ ਕਰਕੇ ਦੁਖੀ ਹੈ। ਕਿਸੇ ਨੇ ਚੰਗਾ ਘਰ ਬਣਾ ਲਿਆ, ਉਹਦੇ ਵੱਲ ਦੇਖ ਕੇ ਝੂਰੀ ਜਾਣਾ, ਇਹਨੇ ਪਤਾ ਨਹੀਂ ਕੋਠੀ ਏਡੀ ਕਿੱਦਾਂ ਬਣਾ ਲਈ। ਜੇ ਕੋਈ ਚੰਗੇ ਕੰਮ ਕਾਜ ਤੇ ਲੱਗਾ ਹੋਇਆ, ਉਹਦਾ ਕੰਮ ਕਾਜ ਦੇਖ ਕੇ ਝੂਰੀ ਜਾਣਾ। ਜੇ ਕਿਸੇ ਨੂੰ ਕੋਈ ਪਦਵੀ ਮਿਲ ਗਈ, ਉਹਦੇ ਤੇ ਦੁਖੀ ਹੋਈ ਜਾਣਾ, ਇਹ ਅੱਗੇ ਕਿਉਂ ਆ ਗਿਆ, ਇਹ ਚੌਧਰੀ ਕਿਉਂ ਬਣ ਗਿਆ, ਝੂਰੀ ਜਾਣਾ, ਦੁਖੀ ਹੋਈ ਜਾਣਾ। ਬਸ ਅਸੀਂ ਇਸੇ ਕਰਕੇ ਦੁਖੀ ਹਾਂ। ਸਾਨੂੰ ਕੋਈ ਦੂਸਰਾ ਦੁਖੀ ਕਰਦਾ ਨਹੀਂ, ਅਸੀਂ ਆਪ ਹੀ ਦੁਖੀ ਹੁੰਦੇ ਰਹਿੰਦੇ ਹਾਂ। ਦੂਸਰੇ ਦੇ ਸੁੱਖ ਦੇਖ ਦੇਖ ਕੇ ਅਸੀਂ ਝੂਰਦੇ ਰਹਿੰਦੇ ਹਾਂ। ਦੂਸਰੇ ਦੀ ਤਰੱਕੀ ਦੇਖ ਕੇ, ਦੂਸਰੇ ਦੀ ਕਾਮਯਾਬੀ ਦੇਖ ਕੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਉਹਨੂੰ ਪਤਾ ਵੀ ਨਹੀਂ ਹੁੰਦਾ ਤੇ ਅਸੀਂ ਐਵੇਂ ਅੰਦਰੋਂ ਸੜੀ ਜਾਂਦੇ ਹੁੰਦੇ ਹਾਂ। ਮਹਾਰਾਜ ਕਹਿੰਦੇ ਹਨ, ਜਦੋਂ ਤੂੰ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਕਥਾ ਸੁਣੇਗਾ, ਤੈਨੂੰ ਸੁਖ ਮਿਲੇਗਾ। ਕਿਉਂਕਿ ਤੇਰੇ ਕਿਲਵਿਖ, ਤੇਰੇ ਪਾਪ ਅਰਥਾਤ
तेरी ये जिहड़ी बुरी सोच है ये खत्म हो जाएगी। तो फिर जदों सोचेगा दूसरिਆਂ ਦਾ भला सोचेगा, फिर तू दूसरे दे सुख देख के आप भी खुश होएगा, आप भी प्रसन्न होएगा। फिर तू दूसरे दे सुख देख के झूरेगा नहीं, सड़ेगा नहीं, फिर तू दूसरिਆਂ दे सुख देख के खुश होएगा, प्रसन्न होएगा। बस महाराज सानू यही समझाते हैं। ये तेरे दुख का कारण है। अगे धन गुरु रामदास साहब की कृपा करते हैं। हर हो लिखत लिखंती। सच्चे पातशाह जी कहते हैं, हे मन, ये जो कथा है ये हरि परमात्मा दे नाम दी लिखत लिखण वाली है। भाव जे तू सतसंगत विच जुड़ के उस अकाल पुरख वाहिगुरु की कथा सुने, तेरे सारे पाप लथ जाणगे। ये सुख देने वाली कथा है, तेरे पाप लथ जाणगे, तू पवित्र हो जाएगा। ते पवित्र मन दे उत्ते ये परमेश्वर की कथा परमेश्वर का नाम लिख देवेगी। हर हो लिखत लिखंती। ये नाम की लिखत लिखण वाली है। धन गुरु रामदास जी महाराज ने रहाव के पद विच सानू समझाया। रहाव के पद तो बाद इस शब्द का जो अगला पद है, यानी कि पहला पद, उस विच की कृपा करते हैं। हर कीरत कल युग विच उत्तम, मत गुरमत कथा भजंती। सच्चे पातशाह जी कहते हैं, हे मन, हर कीरत कल युग विच उत्तम। कलयुग, कलयुग का की अर्थ है? एक घड़ी ना मिलते तां कलयुग होता। सिख वास्ते उदों कलयुग है जदों सिख गुरु नालों टुट जाता, पतित हो जाता है। सिख वास्ते उदों कलयुग है जदों मालिक की याद नालों टुट जाता है, उदों कलयुग है। सतगुरु का कलयुग अलग है। कलयुग कदों है? जदों मनुख शराबां कबाबां विच पै जाता है, जदों मनुख बेईमानियां ठगियां ठोरियां विच पै जाता है, जदों मनुख कुरैतां विच पै जाता, कुरीतियां विच फस जाता, मनमतियां विच फस जाता, बस वो कलयुग है। जदों मनुख बुरे पासे तुर पैंदा, उहदे वास्ते वो कलयुग है। गुरसिख वास्ते कोई कलयुग नहीं है। सतगुरु दे सिख वास्ते कोई कलयुग नहीं है। सतगुरु का सिख सतगुरु के अनुसार चलता है, ਉਹਦੇ वास्ते हमेशा सतयुग है, ਉਹਦੇ वास्ते कदे कलयुग नहीं है। इसलिए महाराज कहते हैं, हे मन, ये जो परमेश्वर की कथा है कलयुग के समय विच, अर्थात तेरे बुरे समय विच, हर कीरत कलयुग विच उत्तम। ये परमेश्वर की सिफत सलाह उत्तम है। मत गुरमत कथा भजंती। गुरु की मत लेके इस कथा नूं भजंती, भजदा रहा कर, करदा रहा कर। गुरु की मत लेके तू उस अकाल पुरख वाहिगुरु की कथा करदा रहा कर। हुण तुसीं सोचोगे कि कथा करने वास्ते तां जी कई ग्रंथ पढ़ने पैंदे होणगे, कथा करने वास्ते तां कई कई साल विद्यालयों में रहना पैंदा होएगा, उस्तादां दीयां मारां खाणियां पैंदियां होणगियां। ना, कुछ भी नहीं करने की लोड़, कुछ भी करने की लोड़ नहीं है, कुछ भी करने की लोड़ नहीं है। कथा करने वास्ते ग्रंथ पढ़ने की लोड़ नहीं है। कथा करने वास्ते विद्यालयों में रहने की भी कोई लोड़ नहीं। कथा करने वास्ते अखरां की लोड़ ही नहीं, शब्दां की लोड़ ही नहीं। आह ते जिहड़े असीं शब्द वरतदे हां, प्रमाण वरतदे हां, गल्लां बना बना के करदे हां, ये तो साध संगत साडा एक काम है। थानूं ये कुछ करने की लोड़ नहीं। तुसीं कथा सिर्फ एक शब्द विच कर सकते हो। शब्द मीन सिर्फ उहदा धन्नवाद करना। हे मालिक जी, तेरा शुक्र है तू सानू जीवन दिता। मालिक तेरा शुक्र है
ਤੂੰ ਸਾਨੂੰ ਪਰਿਵਾਰ ਬੱਚੇ ਦਿੱਤੇ, ਤੇਰਾ ਸ਼ੁਕਰ ਹੈ, ਤੂੰ ਕੰਮ ਕਾਜ ਦਿੱਤਾ, ਤੂੰ 2 ਵੇਲੇ ਦਾ ਪ੍ਰਸ਼ਾਦਾ ਦਿੰਦਾ, ਤੂੰ ਸਿਰ ਤੇ ਛੱਤ ਦਿੱਤੀ। ਜਿਹੜਾ ਉਸ ਦਾ ਸ਼ੁਕਰ ਕਰਨਾ ਹੈ ਨਾ, ਬਸ ਇਹੀ ਕਥਾ ਹੈ, ਇਹਨੂੰ ਕਥਾ ਕਹਿੰਦੇ ਨੇ। ਜਦੋਂ ਸਾਡੇ ਅੰਦਰੋਂ ਉਹਦਾ ਸ਼ੁਕਰ ਨਿਕਲਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਨਿਕਲਦਾ ਹੈ, ਸਤਿਗੁਰੂ ਦਾ ਸ਼ੁਕਰਾਨਾ ਸਾਡੇ ਅੰਦਰੋਂ ਜਦੋਂ ਨਿਕਲਦਾ ਹੈ, ਬੋਲਣ ਦੀ ਵੀ ਲੋੜ ਨਹੀਂ, ਤੁਹਾਡੇ ਅੰਦਰ ਹੀ ਜਦੋਂ ਉਸ ਮਾਲਕ ਦੀ ਸਿਫਤ ਹੋ ਰਹੀ ਹੁੰਦੀ ਹੈ, ਸ਼ੁਕਰ ਹੋ ਰਿਹਾ ਹੁੰਦਾ, ਤੁਸੀਂ ਉਹਦੀ ਕਥਾ ਕਰ ਰਹੇ ਹੁੰਦੇ ਹੋ, ਤੁਸੀਂ ਉਹਦੀ ਕਥਾ ਕਰ ਰਹੇ ਹੁੰਦੇ ਹੋ। ਕਥਾ ਇੱਕ ਦਿਲ ਦੀ ਹੂਕ ਹੈ, ਕਥਾ ਸਿੱਖ ਦੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਇੱਕ ਆਵਾਜ਼ ਹੈ, ਜਿਸ ਨੂੰ ਕੋਈ ਜ਼ਰੂਰੀ ਨਹੀਂ ਕਿ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਨਾ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਹੇ ਮਨੁੱਖ, ਤੂੰ ਸਤਿਗੁਰੂ ਦੀ ਮੱਤ ਲੈ ਕੇ, ਗੁਰਬਾਣੀ ਦੀ ਮੱਤ ਲੈ ਕੇ ਉਸ ਮਾਲਕ ਦੀ ਕਥਾ ਕਰਦਾ ਰਿਹਾ ਕਰ, ਭਾਵ ਉਸ ਦਾ ਸ਼ੁਕਰਾਨਾ ਕਰਦਾ ਰਿਹਾ ਕਰ, ਉਸ ਮਾਲਕ ਦਾ ਧੰਨਵਾਦ ਕਰਦਾ ਰਿਹਾ ਕਰ। ਕਿਉਂਕਿ ਪਰਮਾਤਮਾ ਨਾਲੋਂ ਟੁੱਟਿਆ ਜਿਹੜਾ ਕਲਯੁਗ ਤੇਰੇ ਉੱਤੇ ਵਾਪਰਦਾ ਹੈ, ਉਹੋ ਜਿਹੇ ਬੁਰੇ ਹਾਲਾਤਾਂ ਵਿੱਚ ਇਹ ਪਰਮੇਸ਼ਰ ਦੀ ਕੀਤੀ ਹੋਈ ਸਿਫਤੋ ਸਲਾਹ ਬੜੀ ਉੱਤਮ ਹੁੰਦੀ ਹੈ। ਇਹ ਤੇਰੇ ਕੰਮ ਆਉਣ ਵਾਲੀ ਹੈ, ਤੇਰੀ ਮਦਦਗੀਰ ਬਣਦੀ ਹੈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ, ਜਿਨ ਜਨ ਸੁਣੀ ਮੰਨੀ ਹੈ, ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ। ਸਤਿਗੁਰੂ ਜੀ ਆਖਦੇ ਹਨ, ਜਿਸ ਨੇ ਭਾਈ ਇਹ ਕਥਾ ਸੁਣੀ ਹੈ ਤੇ ਮੰਨੀ ਹੈ, ਮੈਂ ਉਸ ਤੋਂ ਕੁਰਬਾਨ ਸਦਕੇ। ਜਿਨ ਜਨ ਸੁਣੀ ਮੰਨੀ ਹੈ, ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ, ਮੈਂ ਕੁਰਬਾਨ ਹਾਂ। ਇਹ ਕਥਾ ਸੁਣਨੀ ਬੜੀ ਔਖੀ ਹੈ, ਇਹ ਕਥਾ ਮੰਨਣੀ ਤੇ ਕੀ ਇਹ ਸੁਣਨੀ ਵੀ ਬੜੀ ਔਖੀ ਹੈ, ਬਹੁਤ ਔਖੀ ਹੈ। ਮਨੁੱਖ 4-4 ਘੰਟੇ ਨਿੰਦਿਆ ਸੁਣ ਸਕਦਾ ਹੈ, ਚੁਗਲੀਆਂ ਸੁਣ ਸਕਦਾ ਹੈ, ਬਕਵਾਸ ਸੁਣ ਸਕਦਾ ਹੈ, ਪਰ ਕਥਾ ਨਹੀਂ ਸੁਣ ਸਕਦਾ। ਕਥਾ ਸੁਣਨੀ ਅਤਿਅੰਤ ਕਠਿਨ ਹੈ, ਕਥਾ ਸੁਣਨੀ ਬਹੁਤ ਔਖੀ ਹੈ। ਤੁਹਾਨੂੰ ਗੁਰਸਿੱਖ ਨੇ ਜਿਹੜੇ ਕਥਾ ਸੁਣਦੇ ਹਨ, ਤੁਹਾਨੂੰ ਆਤਮਾਵਾਂ ਨੇ ਜਿਹੜੀਆਂ ਕਥਾ ਸੁਣਦੀਆਂ ਹਨ, ਕਥਾ ਸੁਣਨੀ ਅਤਿਅੰਤ ਔਖੀ ਹੈ। ਕਿਉਂਕਿ ਕਥਾ ਸਾਡੀ ਸੋਚ ਤੋਂ ਉਲਟ ਹੈ। ਅਸੀਂ ਆਪਣੇ ਅੰਦਰ ਹੰਕਾਰ ਪਾਲਿਆ ਹੋਇਆ, ਇਹ ਸਾਰਾ ਕੁਝ ਮੇਰਾ ਹੈ, ਮੈਂ ਕਮਾਇਆ ਹੈ, ਮੈਂ ਪੈਦਾ ਕੀਤਾ ਹੈ, ਮੈਂ ਕਰਦਾ ਹਾਂ। ਇਹ ਜਿਹੜੀ ਹੋਮੇ ਹੈ, ਇਹ ਸਾਨੂੰ ਕਿਤੇ ਕਥਾ ਸੁਣਨ ਦਿੰਦੀ ਹੈ। ਕਥਾ ਦੇ ਵਿੱਚ ਤੇ ਇਹ ਆਉਣਾ ਹੈ ਕਿ ਤੂੰ ਹੈ ਹੀ ਕੱਖ ਨਹੀਂ, ਤੂੰ ਤੇ ਕੁਝ ਵੀ ਨਹੀਂ, ਸਭ ਕੁਝ ਕਰਨ ਵਾਲਾ ਤੇ ਮਾਲਕ ਹੈ, ਤੇ ਮਨੁੱਖ ਇਹ ਸੁਣ ਨਹੀਂ ਸਕਦਾ। ਤੇ ਮੈਨੂੰ ਕੋਈ ਇਹ ਕਹੇ ਵੀ ਤੂੰ ਤੇ ਹੈ ਹੀ ਕੱਖ ਨਹੀਂ, ਸਭ ਕੁਝ ਤੇ ਰੱਬ ਕਰਨ ਵਾਲਾ, ਇਹਦਾ ਹੰਕਾਰ ਇਹਨੂੰ ਕਥਾ ਸੁਣਨ ਨਹੀਂ ਦੇਵੇਗਾ। ਇਸ ਲਈ ਮਹਾਰਾਜ ਕਹਿੰਦੇ ਨੇ, ਜੇ ਕਿਸੇ ਨੇ ਭਾਈ ਸੁਣੀ ਹੈ, ਰੱਬ ਦੀ ਸਿਫਤੋ ਸਲਾਹ ਸੁਣੀ ਹੈ ਤੇ ਮੰਨੀ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ, ਹਰ ਅਕਥ ਕਥਾ ਕਾ ਜਿਨ ਰਸ ਚਾਖਿਆ, ਤਿਸ ਜਨ ਸਭ ਭੂਖ ਲਹੰਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹਨ, ਹੇ ਭਾਈ, ਹਰ ਅਕਥ ਕਥਾ ਕਾ ਜਿਨ ਰਸ ਚਾਖਿਆ, ਨਾ ਕਥੇ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਦਾ ਜਿਸ ਨੇ ਆਨੰਦ ਮਾਣਿਆ ਹੈ, ਤਿਸ ਜਨ ਸਭ ਭੂਖ ਲਹੰਤੀ, ਉਹਦੀ ਹਰ ਤਰ੍ਹਾਂ ਦੀ ਭੁੱਖ ਲੈ ਗਈ ਹੈ। ਹੁਣ ਉਹਦੇ ਅੰਦਰ ਇਹ ਕੋਈ ਭੁੱਖ ਨਹੀਂ ਕੋਈ ਪਦਵੀ ਮਿਲੇ, ਉਹਨੂੰ ਇਹ ਕੋਈ ਭੁੱਖ ਨਹੀਂ ਕੋਈ ਧਨ ਪਦਾਰਥ ਮਿਲੇ, ਉਹਨੂੰ ਇਹ ਕੋਈ ਭੁੱਖ ਨਹੀਂ ਮੇਰਾ ਕੋਈ ਮਾਣ ਸਤਿਕਾਰ ਕਰੇ, ਨਾ, ਕੋਈ ਭੁੱਖ ਨਹੀਂ ਰਹੀ। ਕਿਉਂ? ਕਿਉਂਕਿ ਉਹਨੇ ਕਥਾ ਸੁਣ ਕੇ ਇਹ ਗੱਲ ਸਮਝ ਲਈ, ਰਸ ਚੱਖਣ ਤੋਂ ਭਾਵ ਉਹਨੇ ਇਹ ਗੱਲ ਸਮਝ ਲਈ ਕਿ ਸਭ ਕੁਝ ਕਰਨ ਵਾਲਾ ਮਾਲਕ ਹੈ, ਸਭ ਕੁਝ ਕਰਨ ਵਾਲਾ ਪਰਮਾਤਮਾ ਹੈ, ਮੇਰੇ ਹੱਥ ਵੱਸ ਕੁਛ ਨਹੀਂ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੁ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਏ। ਉਹਨੂੰ ਸਮਝ ਆ ਜਾਂਦੀ ਹੈ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਿਛੁ ਨਾ ਆਵੈ, ਹਮ ਬਾਰਕ ਤੋ ਸਨਰਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਉਹਨੂੰ ਸਮਝ ਆ ਜਾਂਦੀ ਹੈ। ਜੀ ਜੰਤ ਤੇਰੇ ਧਾਰੇ, ਪ੍ਰਭ
ਡੋਰੀ ਹਾਥ ਤੋਂ ਮਾਰੇ। ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਣਾ। ਉਹਨੂੰ ਸਮਝ ਆ ਜਾਂਦੀ ਹੈ। ਜਦੋਂ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ, ਉਹਦੀ ਹਰ ਤਰ੍ਹਾਂ ਦੀ ਵਾਸ਼ਨਾ, ਇੱਛਾ, ਭੁੱਖ ਖਤਮ ਹੋ ਜਾਂਦੀ ਹੈ। ਉਹ ਰੱਬੀ ਰਜਾ ਦੇ ਵਿੱਚ ਰਹਿਣਾ ਸਿੱਖ ਲੈਂਦਾ ਹੈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹਨ। ਨਾਨਕ ਜਨ ਹਰ ਕਥਾ ਸੁਨ ਤ੍ਰਿਪਤੇ, ਜਪ ਹਰ 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 ਹੋਵੰਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਭਾਈ, ਪਰਮਾਤਮਾ ਦੇ ਪਿਆਰੇ ਕਥਾ ਸੁਣ ਕੇ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਕੋਈ ਭੁੱਖ ਨਹੀਂ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿਨਾ ਪਿੱਛੇ ਹੋਰ ਖਾਏ ਕਨੇਰੀ। ਰੱਜਿਆ ਮਨੁੱਖ ਹੀ ਕਿਸੇ ਨੂੰ ਕੁਝ ਦੇ ਸਕਦਾ, ਭੁੱਖਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਜਿਹੜਾ ਖੁਦ ਭੁੱਖਾ ਉਹ ਕਿਸੇ ਨੂੰ ਕੀ ਦੇਗਾ ਜੀ? ਸੱਚੇ ਪਾਤਸ਼ਾਹ ਦੇ ਇੱਕ ਬਚਨ ਆਉਂਦੇ ਨੇ, ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕਹਿ ਘਰ ਵੱਥ ਹੋਵੇ, ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜਿਹੜਾ ਆਪ ਰੋਟੀ ਤੋਂ ਭੁੱਖਾ, ਉਹ ਦੂਸਰੇ ਨੂੰ ਰੋਟੀ ਕਿੱਥੋਂ ਦੇ ਦੇਗਾ। ਜਿਹੜਾ ਆਪ ਪਾਣੀ ਤੋਂ ਪਿਆਸਾ, ਉਹ ਦੂਸਰੇ ਨੂੰ ਪਾਣੀ ਕਿੱਥੋਂ ਦੇ ਦੇਗਾ। ਜਿਹੜਾ ਆਪ ਚੌਧਰ ਦਾ ਭੁੱਖਾ, ਜਿਹੜਾ ਆਪ ਕੁਰਸੀ ਦਾ ਭੁੱਖਾ, ਜਿਹੜਾ ਆਪ ਸ਼ੋਹਰਤ ਦਾ ਭੁੱਖਾ, ਉਹ ਦੂਸਰੇ ਨੂੰ ਸ਼ੋਹਰਤ ਕਿੱਥੋਂ ਦੇ ਦੂ। ਜਿਹੜਾ ਆਪ ਆਪਣੀ ਸਿਫਤ ਦਾ, ਸੋਭਾ ਦਾ ਭੁੱਖਾ, ਉਹ ਦੂਸਰੇ ਨੂੰ ਸੋਭਾ ਕਿੱਥੋਂ ਦੇ ਦੂ। ਮਹਾਰਾਜ ਕਹਿੰਦੇ ਹਨ, ਜਿਹੜਾ ਭਾਈ ਪਰਮੇਸ਼ਰ ਦੀ ਕਥਾ ਸੁਣਦਾ, ਉਹ ਗੁਰੂ ਦਾ ਸਿੱਖ ਤ੍ਰਿਪਤ ਹੈ, ਰੱਜਾ ਹੋਇਆ। ਇਸ ਲਈ ਹੁਣ ਉਹਦੇ ਕੋਲ ਜੋ ਕੁਛ ਹੈ ਦੂਸਰੇ ਨੂੰ ਦਿੰਦਾ ਹੈ। ਰੱਜਾ ਹੀ ਕੁਛ ਦੂਸਰੇ ਨੂੰ ਦੇ ਸਕਦਾ, ਭੁੱਖਾ ਦੂਸਰੇ ਨੂੰ ਕੁਛ ਨਹੀਂ ਦੇ ਸਕਦਾ। ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ, ਜਪ ਹਰ 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 ਹੋਵੰਤੀ। ਭਾਈ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਸੁਣ ਕੇ ਤ੍ਰਿਪਤ ਹੋ ਗਏ ਨੇ, ਪਰਮੇਸ਼ਰ ਨੂੰ ਜਪ ਜਪ ਕੇ ਹਰੀ ਦਾ ਹੀ ਰੂਪ ਹੋ ਗਏ, ਪਰਮੇਸ਼ਰ ਦਾ ਹੀ ਰੂਪ ਹੋ ਗਏ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਾ ਮਿਲੇ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਕਥਾ ਦੀ ਸਾਨੂੰ ਵਿਆਖਿਆ ਕਰਕੇ ਸਮਝਾਈ। ਇਸ ਤੋਂ ਅਗਲੇ ਸ਼ਬਦ ਵਿੱਚ ਵੀ ਮਹਾਰਾਜ ਕੁਝ ਇਸ ਤਰ੍ਹਾਂ ਦੇ ਹੀ ਵਿਚਾਰ ਸਾਨੂੰ ਬਖਸ਼ਿਸ਼ ਕਰਦੇ ਹਨ। ਸਭ ਤੋਂ ਪਹਿਲੇ ਗਿਆਨੀ ਜੀ ਦੇ ਪਾਸੋਂ ਅਗਲੇ ਸ਼ਬਦ ਦਾ ਪਾਠ ਬੜੇ ਪਿਆਰ ਦੇ ਨਾਲ ਸਰਵਣ ਕਰੋ, ਫਿਰ ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੀ। ਨਾਦ ਮਹੱਲਾ ਚੌਥਾ। ਕੋਈ ਆਨ ਸੁਣਾਵੇ ਹਰ ਕੀ ਹਰ ਗਾਲ, ਤਿਸ ਕੋ ਹਉ ਬਲ ਬਲ ਬਾਲ। ਸੋ ਹਰ ਜਨ ਹੈ ਭਲ ਭਾਲ, ਹਰ ਹੋ ਮੇਲ ਨਿਹਾਲ। ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਅੰਤਰ ਕਪਟ ਚਕਾਵਹੁ ਮੇਰੇ ਗੁਰ ਸਿਖਹੁ, ਨਿਹ ਕਪਟ ਕਮਾਵਹੁ ਹਰ ਕੀ ਹਰ ਕਾਲ। ਨਿਹਾਲ ਨਿਹਾਲ ਨਿਹਾਲ। ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ, ਜਿਨਾ ਹਰ ਪ੍ਰਭ ਜਾਣਿਓ ਮੇਰਾ ਨਾਲ। ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ, ਹਰ ਦੇਖ ਨਿਕਟ ਹਦੂਰ। ਨਿਹਾਲ 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 ਨਿਹਾਲ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਵੀ ਸਾਡੇ ਉੱਪਰ ਪਹਿਲੇ ਸ਼ਬਦ ਦੀ ਵਿਚਾਰ ਨਾਲ ਮਿਲਵੀਂ ਜੁਲਵੀਂ ਹੀ ਵਿਚਾਰ ਬਖਸ਼ਿਸ਼ ਕਰਦੇ ਹਨ। ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਨਾਦ ਮਹੱਲਾ ਚੌਥਾ। ਕੋਈ ਆਨ ਸੁਣਾਵੇ ਹਰ ਕੀ ਹਰ ਗਾਲ। ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਸਿੱਖ ਨੇ ਕਥਾ ਦੀ, ਪਰਮੇਸ਼ਰ ਦੀ ਸਿਫਤੋ ਸਲਾਹ ਦੀ ਮਹੱਤਤਾ ਸੁਣੀ, ਫਿਰ ਅੰਦਰੋਂ ਉਸਦੇ ਆਵਾਜ਼ ਆਈ, ਕੋਈ ਆਨ ਸੁਣਾਵੇ ਹਰ ਕੀ ਹਰ ਗਾਲ। ਗਾਲ ਦਾ ਅਰਥ ਹੈ ਗੱਲ। ਕੋਈ ਐਸਾ ਮਹਾਂਪੁਰਖ ਜਿਹੜਾ ਆਣ ਕੇ ਮੈਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਕੋਈ ਗੱਲ ਸੁਣਾਵੇ, ਉਸ ਮਾਲਕ ਦੀ, ਕੋਈ ਪਰਮਾਤਮਾ ਦੀ ਕੋਈ ਗੱਲਬਾਤ ਸੁਣਾਵੇ।
ਜਿਹੜਾ ਉਸ ਮਾਲਕ ਦੀ ਸਿਫਤੋ ਸਲਾਹ ਸੁਣਾਉਂਦਾ ਹੈ ਉਸ ਨੂੰ ਹੀ ਮਹਾਰਾਜ ਕਹਿੰਦੇ ਨੇ ਮੇਰਾ ਭਰਾ ਹੈ, ਇਹ ਮੇਰਾ ਵੀਰ ਹੈ। ਮਹਾਰਾਜ ਕਹਿੰਦੇ ਨੇ ਉਹੀ ਮੇਰਾ ਮਿੱਤਰ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਇੱਕ ਸਿੱਖ ਦੇ ਅੰਦਰ ਦੀ ਵੇਦਨਾ ਨੂੰ ਪ੍ਰਗਟ ਕਰਦੇ ਹਨ। ਕੋਈ ਐਸਾ ਗੁਰੂ ਕਾ ਸਿੱਖ ਆ ਕੇ ਮੈਨੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਦੀ ਗੱਲ ਸੁਣਾਵੇ ਜੀ, ਤਿਸ ਕੋ ਬਲ ਬਲ ਬਾਲ। ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਤੋਂ ਬਲ ਬਲ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਜੇ ਕੋਈ ਮੈਨੂੰ ਪਰਮੇਸ਼ਰ ਦੀ ਕਥਾ ਸੁਣਾਵੇ, ਪਰਮੇਸ਼ਰ ਦੀ ਸਿਫਤੋ ਸਲਾਹ ਸੁਣਾਵੇ, ਮੈਂ ਉਸ ਤੋਂ ਬਲ ਬਲ ਜਾਂਦਾ, ਮੈਂ ਉਸ ਤੋਂ ਕੁਰਬਾਨ ਜਾਂਦਾ। ਇਸ ਤਰ੍ਹਾਂ ਦੇ ਬਚਨ ਬਾਣੀ ਵਿੱਚ ਬਹੁਤ ਨੇ। ਹਜ਼ੂਰ ਨੇ ਇੱਕ ਬੜਾ ਸੁੰਦਰ ਬਚਨ ਬਖਸ਼ਿਸ਼ ਕੀਤਾ, ਤੈਂ ਸਾਹਿਬ ਕੀ ਬਾਤ ਜੀ ਆਖੈ, ਕਹੋ ਨਾਨਕ ਕਿਆ ਦੀਜੈ। ਉਸ ਮਾਲਕ ਦੀ ਮੈਨੂੰ ਕੋਈ ਸਿਫਤੋ ਸਲਾਹ ਸੁਣਾਵੇ, ਬਦਲੇ ਵਿੱਚ ਕੀ ਦਿਆਂ ਜੀ? ਤਾਂ ਬਚਨ ਕਿਹਾ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਮੈਂ ਆਪਣਾ ਸਿਰ ਵੱਢ ਕੇ ਦੇ ਦਿਆਂ। ਗੁਰੂ ਕਿਹਾ ਸਿੱਖਾ ਇਸ ਉੱਪਰ ਬੈਠ ਤੇ ਬਿਨਾਂ ਸਿਰ ਤੋਂ ਉਸ ਦੀ ਸੇਵਾ ਵਿੱਚ ਜੁਟ ਜਾਵਾਂ। ਅਰਥਾਤ ਇੱਥੋਂ ਤੱਕ ਵੀ ਜੇ ਮੈਨੂੰ ਉਸ ਦਾ ਸਤਿਕਾਰ ਕਰਨਾ ਪਵੇ ਮੈਂ ਪਿਛਾਂ ਨਾ ਮੁੜਾਂ। ਇੱਥੋਂ ਤੱਕ ਬਚਨ ਬਖਸ਼ਿਸ਼ ਕੀਤਾ। ਐਸੇ ਬਚਨ ਬਾਣੀ ਵਿੱਚ ਅਨੰਤ ਨੇ। ਮਹਾਰਾਜ ਕਹਿੰਦੇ ਹਨ ਕੋਈ ਐਸਾ ਮਹਾਂਪੁਰਖ ਆਵੇ ਮੈਨੂੰ ਉਸ ਪਰਮੇਸ਼ਰ ਦੀ ਸਿਫਤੋ ਸਲਾਹ ਦੀ ਕੋਈ ਗੱਲ ਸੁਣਾਵੇ, ਮੈਂ ਉਸ ਤੋਂ ਬਲ ਬਲ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਕੁਰਬਾਨ ਜਾਂਦਾ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹਨ। ਸੋ ਹਰ ਜਨ ਹੈ ਭਲ ਭਾਲ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਹਰੀ ਦਾ ਜਨ, ਉਹ ਪਰਮੇਸ਼ਰ ਦਾ ਪਿਆਰਾ, ਭਲ ਭਾਲ, ਭਲਿਆਂ ਤੋਂ ਵੀ ਭਲਾ ਹੈ, ਚੰਗਿਆਂ ਤੋਂ ਵੀ ਚੰਗਾ ਹੈ। ਜਿਹੜੇ ਲੋਕ ਸੰਸਾਰ ਤੇ ਆਪਣੇ ਆਪ ਨੂੰ ਬਹੁਤ ਚੰਗੇ ਸਮਝਦੇ ਹਨ, ਪਰਮੇਸ਼ਰ ਦੀ ਕਥਾ ਸੁਣਾਉਣ ਵਾਲਾ ਉਹਨਾਂ ਚੰਗਿਆਂ ਤੋਂ ਵੀ ਚੰਗਾ ਹੈ। ਕਿਉਂ? ਕਿਉਂਕਿ ਉਹਨੂੰ ਮਿਲਿਆ ਮੈਨੂੰ ਰੱਬ ਚੇਤੇ ਆਉਂਦਾ ਹੈ, ਉਹਨੂੰ ਮਿਲਿਆ ਮੈਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ, ਉਹਨੂੰ ਮਿਲਿਆ ਮੈਨੂੰ ਸਤਿਗੁਰੂ ਚੇਤੇ ਆਉਂਦਾ ਹੈ। ਹਜ਼ੂਰ ਕਹਿੰਦੇ ਹਨ ਰਾਮ ਗੋਬਿੰਦ ਜਪੇਂਦਿਆਂ ਹੋਆ ਮੁਖ ਪਵਿੱਤਰ, ਜਿਸ ਤੇ ਸੁਣੀਏ ਹਰ ਜਸ ਸੋਈ ਭਾਈ ਮਿੱਤਰ। ਮੇਰਾ ਉਹੀ ਭਰਾ ਹੈ, ਮੇਰਾ ਉਹੀ ਮਿੱਤਰ ਹੈ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹਨ। ਹਰ ਹੋ ਮੇਲ ਨਿਹਾਲ। ਸੱਚੇ ਪਾਤਸ਼ਾਹ ਆਖਦੇ ਹਨ ਉਹ ਪਰਮਾਤਮਾ ਭਾਈ ਹੋਰਨਾਂ ਨੂੰ ਵੀ ਐਸੇ ਗੁਰਸਿੱਖ ਦੇ ਨਾਲ ਮੇਲ ਕੇ ਨਿਹਾਲ ਕਰ ਦਿੰਦਾ ਹੈ। ਜਿਹੜਾ ਮਾਲਕ ਦੀ ਸਿਫਤੋ ਸਲਾਹ ਸੁਣਾਉਂਦਾ ਹੈ ਉਹਦੇ ਨਾਲ ਹੋਰਨਾਂ ਨੂੰ ਵੀ ਮਿਲਾ ਕੇ ਉਹਨਾਂ ਦੇ ਵੀ ਜੀਵਨ ਵਿੱਚ ਖੁਸ਼ੀਆਂ ਭਰ ਦਿੰਦਾ ਹੈ। ਐਸਾ ਗੁਰੂ ਕਾ ਸਿੱਖ ਆਪ ਆਨੰਦ ਵਿੱਚ ਹੁੰਦਾ ਤੇ ਉਹ ਦੂਸਰਿਆਂ ਨੂੰ ਵੀ ਆਨੰਦ ਵੰਡਦਾ ਹੈ, ਦੂਸਰਿਆਂ ਨੂੰ ਵੀ ਖਿੜਾਓ ਵੰਡਦਾ ਹੈ, ਦੂਸਰਿਆਂ ਨੂੰ ਵੀ ਖੁਸ਼ੀਆਂ ਵੰਡਦਾ ਹੈ। ਇਹ ਰਹਾਉ ਦਾ ਪਦ ਸੀ। ਇਸ ਤੋਂ ਅਗਲੇ ਪਦ ਵਿੱਚ ਮਹਾਰਾਜ ਕੀ ਕਿਰਪਾ ਕਰਦੇ ਹਨ, ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹਨ। ਹਰ ਕਾ ਮਾਰਗ ਗੁਰ ਸੰਤ ਬਤਾਇਓ। ਪਰਮੇਸ਼ਰ ਵਾਹਿਗੁਰੂ ਜੀ ਦੇ ਮਿਲਾਪ ਵਾਲਾ ਰਸਤਾ ਭਾਈ ਮੈਨੂੰ ਗੁਰੂ ਨੇ ਦਿਖਾ ਦਿੱਤਾ ਹੈ, ਬਤਾਇਓ, ਬਤਾ ਦਿੱਤਾ ਹੈ, ਦੱਸ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਰਸਤਾ ਹੀ ਨਹੀਂ ਦੱਸਿਆ, ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਉਹ ਚਾਲ ਵੀ ਦੱਸ ਦਿੱਤੀ ਹੈ। ਰੱਬ ਦੇ ਮਿਲਾਪ ਵਾਲਾ ਰਸਤਾ ਵੀ ਦੱਸਿਆ, ਉਸ ਰਸਤੇ ਉੱਤੇ ਚੱਲਣ ਦੇ ਜਿਹੜੇ ਨਿਯਮ ਹਨ ਉਹ ਵੀ ਦੱਸ ਦਿੱਤੇ ਹਨ। ਰਸਤਾ ਕੋਈ ਵੀ ਦੱਸ ਸਕਦਾ, ਪਰ ਰਸਤੇ ਉੱਤੇ ਚੱਲਣ ਦੇ ਨਿਯਮ ਸਾਰੇ ਨਹੀਂ ਦੱਸ ਸਕਦੇ। ਹਰ ਕੋਈ ਕਹਿ ਸਕਦਾ ਨਾਮ ਜਪੋ ਜੀ, ਨਾਮ ਜਪੋ ਜੀ, ਇਹ ਤੇ ਸਾਰੇ ਕਹੀ ਜਾਂਦੇ ਨੇ। ਨਾਮ ਇੱਕ ਮਾਰਗ ਹੈ, ਨਾਮ ਇੱਕ ਰਸਤਾ ਹੈ ਜਿਸ ਤੇ ਚੱਲ ਕੇ ਅਸੀਂ ਰੱਬ ਨੂੰ ਮਿਲਣਾ ਹੈ। ਪਰ ਹਰ ਰਸਤੇ ਉੱਤੇ ਚੱਲਣ ਦੇ ਕੁਝ ਨਿਯਮ ਹੁੰਦੇ ਨੇ। ਜਿੰਨਾ ਚਿਰ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ, ਅਸੀਂ ਉਸ ਰਸਤੇ ਉੱਤੇ ਚੱਲ ਕੇ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਇਸੇ ਕਰਕੇ ਰਸਤਾ ਤੇ ਸਾਰਿਆਂ ਨੂੰ ਪਤਾ, ਜਿਨ੍ਹਾਂ ਨੇ ਕਾਰ ਦਾ ਟੈਸਟ ਨਹੀਂ ਵੀ ਪਾਸ ਕੀਤਾ ਹੁੰਦਾ, ਰਸਤਾ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਲੰਡਨ ਨੂੰ ਕਿਹੜਾ ਜਾਂਦਾ, ਪਰ ਉਹਨਾਂ ਨੂੰ ਸਾਰੇ ਨਿਯਮ ਪਤਾ ਕਰਨ ਵਾਸਤੇ ਲੈਸਨ ਲੈਣੇ ਪੈਂਦੇ ਨੇ।
ਮਿਹਨਤ ਕਰਨੀ ਪੈਂਦੀ, ਫਿਰ ਉਹ ਪਾਸ ਹੁੰਦੇ ਨੇ, ਫਿਰ ਕਿਤੇ ਜਾ ਕੇ ਵਿਚਾਰੇ ਕਾਰ ਚਲਾ ਸਕਦੇ ਨੇ। ਰਸਤਾ ਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ। ਇਸ ਲਈ ਮਹਾਰਾਜ ਕਹਿੰਦੇ ਹਨ ਸਤਿਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵੀ ਦੱਸਦਾ ਤੇ ਉਸ ਰਸਤੇ ਉੱਤੇ ਚੱਲਣ ਦੇ ਨਿਯਮ ਵੀ ਦੱਸਦਾ ਹੈ। ਮਿਥਿਆ ਨਾਹੀ ਰਸਨਾ ਪਰਸ, ਆ ਨਿਯਮ ਨੇ। ਝੂਠ ਤੇਰੀ ਜ਼ਬਾਨ ਨੂੰ ਛੂਹਣਾ ਤੱਕ ਵੀ ਨਹੀਂ ਚਾਹੀਦਾ, ਟੱਚ ਨਹੀਂ ਹੋਣਾ ਚਾਹੀਦਾ। ਜੇ ਤੂੰ ਨਾਮ ਰੂਪੀ ਰਸਤੇ ਤੇ ਚੱਲਣਾ ਹੈ ਤੇ ਉਹਦੇ ਨਿਯਮ ਸਮਝ ਲੈ। ਜੇ ਤੂੰ ਨਾਮ ਜਪਦਾ ਹੈ ਨਾ ਤੇ ਕੁਝ ਨਿਯਮ ਵੀ ਸਮਝ ਲੈ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰ ਤ੍ਰੈ ਰੂਪ ਨਾ ਵੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਕਰੈ। ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਇਹ ਨਿਯਮ ਨੇ। ਜੇ ਤੂੰ ਨਾਮ ਰੂਪੀ ਸਿਮਰਨ ਰੂਪੀ ਮਾਰਗ ਤੇ ਚੱਲਣਾ ਤੇ ਇਹਨਾਂ ਨਿਯਮਾਂ ਦਾ ਪਾਲਣ ਕਰੀ। ਤੇ ਸਾਹਿਬ ਕਹਿੰਦੇ ਹਨ ਹਰ ਕਾ ਮਾਰਗ ਗੁਰ ਸੰਤ ਬਤਾਇਓ, ਗੁਰ ਚਾਲ ਦਿਖਾਈ ਹਰ ਚਾਲ। ਰੱਬ ਵਾਲੀ ਚਾਲ ਉਸ ਰਸਤੇ ਉੱਤੇ ਚੱਲਣ ਵਾਲੀ ਦਿਖਾ ਦਿੱਤੀ, ਹਰ ਚਾਲ ਰੱਬੀ ਗੁਣਾਂ ਵਾਲੀ ਚਾਲ। ਜੇ ਤੂੰ ਨਾਮ ਸਿਮਰਨ ਰੂਪੀ ਮਾਰਗ ਤੇ ਚੱਲਣਾ, ਰੱਬੀ ਗੁਣ ਤੈਨੂੰ ਧਾਰਨ ਕਰਨੇ ਪੈਣੇ ਹਨ। ਉਹ ਰੱਬੀ ਗੁਣਾਂ ਵਾਲੇ ਨਿਯਮ ਜੀਵਨ ਵਿੱਚ ਅਪਣਾਉਣੇ ਪੈਣੇ ਹਨ, ਫਿਰ ਤੂੰ ਉਸ ਰੱਬ ਦੇ ਵਿੱਚ ਮਿਲ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹਨ। ਅੰਤਰ ਕਪਟ ਕਮਾਵਹੁ ਮੇਰੇ ਗੁਰ ਸਿੱਖਹੁ, ਅੰਤਰ ਕਪਟ ਚੁਕਾਵਹੁ ਮੇਰੇ ਗੁਰ ਸਿੱਖਹੁ। ਨਿਹ ਕਪਟ ਕਮਾਵਹੁ ਹਰ ਕੀ ਹਰ ਕਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਕਹਿੰਦੇ ਹਨ ਅੰਤਰ ਕਪਟ ਚੁਕਾਵਹੁ ਮੇਰੇ ਗੁਰ ਸਿੱਖੋ। ਹੇ ਮੇਰੇ ਗੁਰ ਸਿੱਖੋ, ਅੰਦਰੋਂ ਕਪਟ ਚੱਕ ਦੇ ਦੋ। ਅਸੀਂ ਜੋ ਵੀ ਕਰਦੇ ਹਾਂ ਅੰਦਰ ਕਪਟ ਰੱਖ ਕੇ ਕਰਦੇ ਹਾਂ। ਧਰਮ ਕਰਮ ਜਿੰਨੇ ਅਸੀਂ ਕਰਦੇ ਹਾਂ ਨਾ, ਉਹਦੇ ਪਿੱਛੇ ਸਾਡੇ ਅੰਦਰ ਕਪਟ ਹੁੰਦਾ। ਕਪਟ ਮਹਾਰਾਜ ਦੇ ਬਚਨ ਤੁਸੀਂ ਕਈ ਵਾਰ ਸਰਵਣ ਕੀਤੇ ਹੋਣਗੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਮੈਂ ਕਥਾ ਕਰਦਾ ਹਾਂ, ਸੁਣਨ ਵਾਲੇ ਨੂੰ ਲੱਗਦਾ ਬੜਾ ਵਿਦਵਾਨ ਹੈ, ਬੜਾ ਇਹਨੂੰ ਪ੍ਰਮਾਣ ਹੈ, ਫਲਾਨਾ ਢਿਮਕੜਾ। ਪਰ ਇਹ ਤੇ ਗੁਰੂ ਸਾਹਿਬ ਜਾਣਦੇ ਕਿ ਮੇਰੀ ਕਥਾ ਦੇ ਪਿੱਛੇ ਕੀ ਚੱਲਦਾ। ਜੇ ਮੈਂ ਇਹ ਸੋਚ ਕੇ ਕਥਾ ਕਰਦਾ ਕਿ ਸੰਗਤ ਪਸੰਦ ਕਰੇ, ਮੇਰੀ ਸਿਫਤ ਕਰੇ, ਮੈਨੂੰ ਚਾਰ ਪੈਸੇ ਬਣ ਜਾਣ, ਫਿਰ ਮੇਰੀ ਕਥਾ ਨਹੀਂ, ਮੇਰੀ ਕਥਾ ਦੇ ਪਿੱਛੇ ਕਪਟ ਹੈ। ਕੀਰਤਨੀਆ ਕੀਰਤਨ ਕਰਦਾ ਜੇ ਕੀਰਤਨ ਦੇ ਪਿੱਛੇ ਉਹ ਇਹ ਭਾਵਨਾ ਰੱਖਦਾ ਕਿ ਲੋਕ ਮੇਰਾ ਕੀਰਤਨ ਸੁਣਨ, ਮੇਰਾ ਨਾਮ ਹੋਵੇ, ਚਾਰ ਪੈਸੇ ਬਣਨ, ਫਿਰ ਉਹ ਕੀਰਤਨ ਨਹੀਂ ਕਰ ਰਿਹਾ, ਉਹਦੇ ਪਿੱਛੇ ਕਪਟ ਚੱਲ ਰਿਹਾ। ਤੇ ਜੇ ਸੇਵਾ ਕਰਨ ਵਾਲਾ ਇਹ ਸੋਚ ਕੇ ਸੇਵਾ ਕਰੇ ਕਿ ਲੋਕ ਮੈਨੂੰ ਦੇਖਣ, ਮੈਂ ਬੜੇ ਭਾਂਡੇ ਮਾਂਜਦਾ, ਮੈਂ ਬੜਾ ਉੱਪਰ ਮਾਰਦਾ, ਮੈਂ ਬੜੀ ਸੇਵਾ ਕਰਦਾ, ਮੇਰੀਆਂ ਸਿਫਤਾਂ ਕਰਨ ਵੀ ਇਹ ਬੜਾ ਸੇਵਾਦਾਰ ਹੈ। ਸੇਵਾ ਤੇ ਕਰਦਾ ਪਰ ਪਿੱਛੇ ਕਪਟ ਚੱਲਦਾ। ਜੇ ਮੈਂ ਕੋਈ ਲੰਗਰ ਲਾਣਾ ਜਾਂ ਕੁਛ ਵੀ ਕਰਦਾ, ਜੇ ਉਹਦੇ ਮਗਰ ਕਪਟ ਹੈ, ਉਹ ਕਰਮ ਧਰਮ ਗੁਰੂ ਨੂੰ ਪ੍ਰਵਾਨ ਨਹੀਂ ਹੈ। ਉਸ ਨੂੰ ਮਹਾਰਾਜ ਨੇ ਕਹਿ ਦਿੱਤਾ ਕਰਮ ਧਰਮ ਪਾਖੰਡ, ਜੋ ਦਿਸੈ ਤਿਨ ਜਮ ਜਾ ਗਾਤੀ ਲੁੱਟੈ। ਅਸੀਂ ਕਈ ਵਾਰ ਧਰਮ ਕਰਮ ਕਰਦੇ ਹਾਂ, ਕਈ ਵਾਰ ਪੰਥ ਦੀਆਂ ਡਿੰਗਾਂ ਵੀ ਮਾਰਦੇ ਹਾਂ, ਪਰ ਉਹ ਸਭ ਕਾਸੇ ਦੇ ਪਿੱਛੇ ਕਪਟ ਹੀ ਛੁਪਿਆ ਹੋਇਆ ਹੁੰਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਨੂੰ ਇੱਥੇ ਸਮਝਾਉਂਦੇ ਹਨ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਰ ਘਾਲ। ਨਿਹਾਲ ਨਿਹਾਲ ਨਿਹਾਲ। ਅੰਦਰੋਂ ਕਪਟ ਚੁੱਕ ਕੇ, ਨਿਹ ਕਪਟ ਹੋ ਕੇ, ਨਿਸ਼ਕਪਟ ਹੋ ਕੇ ਰੱਬ ਦੇ ਰਸਤੇ ਤੇ ਚੱਲੋ। ਜਿਹੜਾ ਵੀ ਕੋਈ ਕਰਮ ਕਰਨਾ ਹੈ ਉਹਦੇ ਪਿੱਛੇ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ, ਭਾਵਨਾ ਪਵਿੱਤਰ ਹੋਣੀ ਚਾਹੀਦੀ ਹੈ। ਜੋ ਤੁਸੀਂ ਦਿਸ ਰਹੇ ਹੋ ਉਹੀ ਕੁਛ ਤੁਸੀਂ ਅੰਦਰੋਂ ਹੋਣੇ ਚਾਹੀਦੇ ਹੋ। ਇਹ ਨਾ ਹੋਵੇ ਦਿਸਦੇ ਕੁਛ ਹੋਰ ਹੋਵੋ, ਅੰਦਰ ਤੁਹਾਡੇ ਕੁਛ ਹੋਰ ਹੋਵੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੱਜਣ ਠੱਗ ਨੂੰ ਮਹਾਰਾਜ ਨੇ ਇਹੀ ਕਿਹਾ ਸੀ, ਕਹਿੰਦਾ ਸੀ ਮਹਾਰਾਜ ਮੈਂ ਇੱਕ ਸਰਾਂ ਬਣਾਈ ਹੋਈ ਹੈ, ਮੈਂ ਇੱਕ ਪਾਸੇ ਮਸੀਤ ਬਣਾਈ ਹੋਈ ਹੈ, ਇੱਕ ਪਾਸੇ ਮੰਦਿਰ ਬਣਾਇਆ ਹੋਇਆ, ਮੈਂ ਬੜਾ ਧਰਮੀ ਹਾਂ, ਮੈਨੂੰ ਦੋਨੋਂ ਧਰਮਾਂ ਵਾਲੇ ਪਿਆਰ ਕਰਦੇ ਹਨ, ਮੈਨੂੰ ਸੱਜਣ ਕਹਿੰਦੇ ਹਨ। ਸੱਜਣ ਇਹ ਸਾਡਾ ਸਾਰਿਆਂ ਦਾ ਸੱਜਣ ਹੈ। ਤੇ ਮਹਾਰਾਜ ਨੇ ਬਚਨ ਕਿਹਾ ਸੀ ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ,
ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤਿਸ। ਸੱਜਣਾ, ਕਹੇ ਦਾ ਬਰਤਨ ਵੀ ਉੱਪਰੋਂ ਚਿੱਟਾ ਹੀ ਲੱਗਦਾ ਹੈ ਪਰ ਵਿੱਚੋਂ ਕਾਲਾ ਹੁੰਦਾ ਹੈ। ਤੋ ਬਾਹਰੋਂ ਤੇ ਬੜਾ ਧਰਮੀ ਲੱਗਦਾ ਹੈ ਪਰ ਅੰਦਰ ਤੇਰੇ ਕਪਟ ਦੀ ਕਾਲਖ ਹੀ ਭਰੀ ਪਈ ਹੈ। ਇਸ ਲਈ ਮਹਾਰਾਜ ਸਾਨੂੰ ਇੱਥੇ ਸਮਝਾਉਂਦੇ ਹਨ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ। ਨਿਹਾਲ ਨਿਹਾਲ ਨਿਹਾਲ, ਫਿਰ ਤੁਸੀਂ ਨਿਹਾਲ ਹੋ ਜਾਓਗੇ। ਜੇ ਅਸੀਂ ਬਾਣੀ ਪੜ੍ਹਦੇ, ਸੇਵਾ ਕਰਦੇ, ਸਤ ਸੰਗਤ ਕਰਦੇ, ਨਾਮ ਸਿਮਰਦੇ ਵੀ ਦੁਖੀ ਆ ਨਾ, ਇਹਦਾ ਮਤਲਬ ਸਾਡੇ ਹਰ ਕਰਮ ਦੇ ਪਿੱਛੇ ਕਪਟ ਛੁਪਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ, ਜਦੋਂ ਕਪਟ ਨੂੰ ਚੁੱਕ ਕੇ ਨਿਸ਼ਕਪਟ ਹੋ ਕੇ ਮਾਲਕ ਦੇ ਨਾਲ ਜੁੜੋਗੇ ਤੇ ਫਿਰ ਤੁਸੀਂ ਨਿਹਾਲ ਹੋ ਜਾਓਗੇ। ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੁਸ਼ੀਆਂ ਭਰ ਜਾਣਗੀਆਂ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਕਿਰਪਾ ਕਰਕੇ ਸਮਝਾਉਂਦੇ ਹਨ, ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ, ਜਿਨਾ ਹਰ ਪ੍ਰਭ ਜਾਣਿਓ ਮੇਰਾ ਨਾਲ। ਸਤਿਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਹਨ, ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ। ਉਹੀ ਗੁਰੂ ਦੇ ਸਿੱਖ ਮੇਰੇ ਰੱਬ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ। ਕਿਹੜੇ ਜੀ? ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣੇ ਨਾਲ ਜਾਣਿਆ। ਜਿਹੜੇ ਗੁਰਸਿੱਖ ਇਹ ਸਮਝ ਲੈਂਦੇ ਨੇ ਕਿ ਪਰਮੇਸ਼ਰ ਮੇਰੇ ਤੋਂ ਦੂਰ ਨਹੀਂ, ਪਰਮੇਸ਼ਰ ਮੇਰੇ ਨਾਲ ਹੈ, ਉਹ ਪਰਮਾਤਮਾ ਨੂੰ ਬੜੇ ਚੰਗੇ ਲੱਗਦੇ ਹਨ। ਕਿਉਂਕਿ ਜਦੋਂ ਅਸੀਂ ਰੱਬ ਨੂੰ ਆਪਣੇ ਨੇੜੇ ਸਮਝ ਲਵਾਂਗੇ ਫਿਰ ਅਸੀਂ ਬੁਰਾ ਕਰਾਂਗੇ ਹੀ ਨਹੀਂ, ਫਿਰ ਅਸੀਂ ਕੋਈ ਪਾਪ ਕਰਮ ਕਰਾਂਗੇ ਹੀ ਨਹੀਂ। ਪਾਪ ਕਰਾਂਗੇ ਕੀ, ਸੋਚਾਂਗੇ ਵੀ ਨਹੀਂ, ਕਿਉਂਕਿ ਸਾਨੂੰ ਪਤਾ ਹੋਏਗਾ ਜੇ ਮੈਂ ਬੁਰਾ ਸੋਚਿਆ ਉਹ ਵੀ ਰੱਬ ਨੂੰ ਪਤਾ ਲੱਗ ਜਾਣਾ। ਜੇ ਮੈਂ ਬੁਰਾ ਕੀਤਾ ਉਹ ਤੇ ਪਤਾ ਲੱਗਣਾ ਹੀ ਲੱਗਣਾ। ਜੇ ਮੈਂ ਸੋਚ ਵੀ ਲਿਆ ਰੱਬ ਨੂੰ ਉਹ ਵੀ ਪਤਾ ਲੱਗ ਜਾਣਾ। ਅਸੀਂ ਬੁਰਾ ਕਰਨਾ ਤੇ ਕੀ, ਬੁਰਾ ਸੋਚਾਂਗੇ ਵੀ ਨਹੀਂ। ਤੇ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਮੇਰੇ ਪ੍ਰਮਾਤਮਾ ਨੂੰ ਉਹੀ ਗੁਰੂ ਦੇ ਸਿੱਖ ਚੰਗੇ ਲੱਗਦੇ ਹਨ ਜਿਨ੍ਹਾਂ ਨੇ ਭਾਈ ਪਰਮੇਸ਼ਰ ਨੂੰ ਆਪਣੇ ਕੋਲ ਸਮਝਿਆ ਹੈ, ਆਪਣੇ ਨੇੜੇ ਸਮਝਿਆ ਹੈ। ਕਦੇ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਸਮਝਦੇ ਹੀ ਨਹੀਂ ਹਨ। ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ, ਹਰ ਦੇਖ ਨਿਕਟ ਹਦੂਰ, ਨਿਹਾਲ 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 ਨਿਹਾਲ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ। ਮੈਂ ਨਾਨਕ ਨੂੰ ਇਹ ਮੱਤ ਪਰਮੇਸ਼ਰ ਵਾਹਿਗੁਰੂ ਨੇ ਦਿੱਤੀ ਹੈ। ਰੱਬ ਨੂੰ ਕੋਲ ਦੇਖਣ ਵਾਲੀ ਮੱਤ ਮੈਨੂੰ ਰੱਬ ਨੇ ਦਿੱਤੀ ਹੈ। ਇਹ ਮੱਤ ਸਤਿਗੁਰੂ ਬਖਸ਼ਿਸ਼ ਕਰਦਾ ਹੈ। ਸਾਡੇ ਕੋਲ ਦੁਨਿਆਵੀ ਮੱਤ ਤੇ ਹੋ ਸਕਦੀ ਹੈ। ਦੁਨਿਆਵੀ ਮੱਤ ਦੇ ਨਾਲ ਮਨੁੱਖ ਨੇ ਸਮੁੰਦਰ ਖੋਜ ਲਏ ਨੇ, ਦੁਨਿਆਵੀ ਮੱਤ ਨਾਲ ਮਨੁੱਖ ਨੇ ਪਹਾੜ ਖੋਜ ਲਏ ਨੇ, ਦੁਨਿਆਵੀ ਮੱਤ ਦੇ ਨਾਲ ਮਨੁੱਖ ਨੇ ਗ੍ਰਹਿ ਨਛੱਤਰਾਂ ਤੱਕ ਪਹੁੰਚ ਕਰ ਲਈ ਹੈ। ਦੁਨਿਆਵੀ ਮੱਤ ਨਾਲ ਮਨੁੱਖ ਕਿਤੇ ਦੀ ਕਿਤੇ ਪਹੁੰਚ ਗਿਆ। ਪਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਨਾਲ ਸਮਝਣ ਵਾਲੀ ਮੱਤ, ਕੋਲ ਸਮਝਣ ਵਾਲੀ ਮੱਤ, ਉਹ ਸਤਿਗੁਰੂ ਹੀ ਬਖਸ਼ਿਸ਼ ਕਰਦਾ ਹੈ, ਨਿਰੰਕਾਰ ਹੀ ਬਖਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ ਹਨ, ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ, ਹਰ ਦੇਖ ਹਦੂਰ, ਹਰ ਦੇਖ ਨਿਕਟ ਹਦੂਰ, ਨਿਹਾਲ 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 ਨਿਹਾਲ। ਪਰਮਾਤਮਾ ਨੂੰ ਮੈਂ ਕੋਲ ਦੇਖ ਕੇ ਭਾਈ ਨਿਹਾਲ ਹੋ ਗਿਆ। ਮੇਰੇ ਜੀਵਨ ਵਿੱਚ ਖੁਸ਼ੀਆਂ ਭਰ ਗਈਆਂ, ਮੇਰੇ ਜੀਵਨ ਵਿੱਚ ਖੜਾਓ ਹੀ ਖੜਾਓ ਆ ਗਿਆ ਹੈ, ਮੇਰੇ ਜੀਵਨ ਵਿੱਚ ਆਨੰਦ ਹੀ ਆਨੰਦ ਆ ਗਿਆ ਹੈ। ਮੈਂ ਰੱਬ ਦੇ ਡਰ ਭਾਵ ਵਿੱਚ ਰਹਿ ਕੇ ਜੀਵਨ ਗੁਜ਼ਾਰਦਾ, ਮੈਂ ਰੱਬੀ ਨਿਯਮਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਦਾ ਹਾਂ, ਮੈਂ ਰੱਬੀ ਹੁਕਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ। ਇਸ ਲਈ ਕੋਈ ਦੁੱਖ ਮੇਰੇ ਨੇੜੇ ਆ ਹੀ ਨਹੀਂ ਸਕਦਾ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ 2 ਸ਼ਬਦਾਂ ਦੀ ਵਿਚਾਰ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ, ਬੜੇ ਟਿਕਾਓ ਦੇ ਨਾਲ ਸਰਵਣ ਕੀਤੀ। ਸੋ ਕਥਾ ਕਰਦਿਆਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ। ਸਤਿਗੁਰੂ ਜੀ ਸਮੱਤੀ ਬਖਸ਼ਿਸ਼ ਕਰਨ। ਅਗਲੇ ਸ਼ਬਦਾਂ ਦੀ ਵਿਚਾਰ ਕੱਲ ਨੂੰ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੂਰੇ 9 ਵਜੇ ਲੈ ਕੇ ਹਾਜ਼ਰ ਹੋ ਜਾਵਾਂਗੇ। ਆਪ ਜੀ ਨੇ ਸਮੇਂ ਸਿਰ ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਹਾਜ਼ਰੀ ਭਰਨੀ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।